ਮੈਂ ਹੁਣ ਸੱਦਾ ਦੇਵਾਂਗਾ। ਸਾਡੇ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਨੇ ਔਰ ਜਦੋਂ ਤੋਂ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਤੋਂ ਸਾਡੇ ਵਿੱਚ ਬੈਠੇ ਹੋਏ ਨੇ ਪ੍ਰਿੰਸੀਪਲ ਤਰਸੇਮ ਬਾਈਆ ਜੀ। ਉਹਨਾਂ ਨੂੰ ਮੈਂ ਸੱਦਾ ਦੇਵਾਂਗਾ, ਉਹ ਆਪਣੇ ਸ਼ਬਦ ਸਾਡੇ ਨਾਲ ਸਾਂਝੇ ਕਰਨਗੇ। ਇਸ ਬਹੁਤ ਖੂਬਸੂਰਤ ਹਾਲ 'ਚ ਬੈਠੇ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ, ਵਿਦਿਆਰਥੀਓ, ਖੋਜਾਰਥੀਓ, ਸਾਹਿਤਕਾਰੋ ਔਰ ਸੱਭਿਆਚਾਰਥੀਓ। ਮੈਂ ਤੋੜ ਜੇ ਦੇਣਾ ਸ਼ਬਦ, ਮੈਨੂੰ ਪਤਾ ਨਹੀਂ ਠੀਕ ਹੈ ਕਿ ਗਲਤ ਹੈ। ਔਰ ਬਹੁਤ ਹੀ ਖੂਬਸੂਰਤ ਨੌਜਵਾਨ ਬੱਚਿਓ, ਦੋਸਤੋ, ਮੈਂ ਇੱਥੇ ਤੁਹਾਡੇ ਸਾਰਿਆਂ ਦੇ ਜਿਹੜੀਆਂ ਇਸ ਦਿਹਾੜੇ 'ਤੇ ਜੋ ਭਾਸ਼ਾ ਨਾਲ ਜੁੜੀ ਫਿਕਰਬੰਦੀ ਹੈ, ਯੂਨੀਵਰਸਿਟੀ ਨਾਲ ਜੁੜੀ ਫਿਕਰਬੰਦੀ ਹੈ, ਉਹਦੇ 'ਚ ਸ਼ਾਮਲ ਹੋਣ ਲਈ ਵੀ ਔਰ ਉਹਦੇ 'ਚ ਆਪਣੀ ਫਿਕਰਮੰਦੀ ਸ਼ਾਮਲ ਕਰਨ ਲਈ ਮਤਲਬ ਹਾਜ਼ਰ ਹੋਇਆਗਾ। ਜਿਸ ਲਈ ਮੈਂ ਪੰਜਾਬੀ ਵਿਭਾਗ ਦਾ, ਭੀਮਿੰਦਰ ਸਿੰਘ ਹੋਰਿਆਂ ਦਾ, ਰਜਿੰਦਰਪਾਲ ਹੋਰਿਆਂ ਦਾ ਔਰ ਹੋਰ ਸਾਰੇ ਜਿਹੜੇ ਇਸ ਔਰਗਨਾਈਜ਼ਰਸ ਨੇ ਉਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦਾ। ਮੈਨੂੰ 3-4 ਗੱਲਾਂ ਮੇਰੇ ਮਨ 'ਚ ਹੈ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਸਕਦਾ। ਮੈਂ ਤੁਹਾਨੂੰ ਗਿਆਨ ਤਾਂ ਕੀ ਦੇ ਸਕਦਾ। ਉਹ ਹੈ ਕਿ ਇੱਕ ਤਾਂ ਮੈਨੂੰ ਇਹ ਲੱਗਿਆ ਕਿ ਨਾ ਸਾਨੂੰ ਐ ਨਹੀਂ ਲੱਗਣਾ ਚਾਹੀਦਾ ਕਿ ਜੋ ਕੁਛ ਹੋ ਰਿਹਾ ਤੇ ਉਹ ਸਿਰਫ ਸਾਡੇ ਨਾਲ ਹੋ ਰਿਹਾ। ਸ਼ਾਇਦ ਜਦੋਂ ਅਸੀਂ ਇਹ ਸੋਚਦੇ ਹਾਂ ਨਾ ਵੀ ਸ਼ਾਇਦ ਸਾਡੇ ਨਾਲ ਹੋ ਰਿਹਾ, ਤਾਂ ਅਸੀਂ ਇੱਕ ਛੋਟੀ ਪਿਕਚਰ ਨੂੰ ਤਾਂ ਵੇਖ ਰਹੇ ਹੁੰਦੇ ਹਾਂ, ਅਤੇ ਜਿਹੜੀ ਵੱਡੀ ਪਿਕਚਰ ਹੈ ਉਹ ਸਾਥੋਂ ਖੁੰਝ ਜਾਂਦੀ ਹੈ। ਇਸ ਦੀ ਜੋ ਕੁਛ ਹੁਣ ਹੋ ਰਿਹਾ, ਇਹ ਵੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਜੋ ਕੁਛ ਹੁਣ ਹੋ ਰਿਹਾ ਉਹ ਹੁਣ ਨਹੀਂ ਹੋ ਰਿਹਾ, ਉਹ ਹੁਣ ਵੀ ਹੋ ਰਿਹਾ। ਉਹ ਪਿਛਲੇ ਲੰਬੇ ਸਮੇਂ ਤੋਂ ਮਤਲਬ ਹੋ ਰਿਹਾ ਯੂਨੀਵਰਸਿਟੀਆਂ ਨਾਲ, ਕਾਲਜਾਂ ਨਾਲ, ਭਾਸ਼ਾਵਾਂ ਨਾਲ। ਮੈਂ ਤੁਹਾਡੇ 1-2 ਹਵਾਲੇ ਹੀ ਤੁਹਾਡੇ ਧਿਆਨ 'ਚ ਲਿਆਵਾਂਗਾ, ਕਿਉਂਕਿ ਤੁਸੀਂ ਸਾਰੇ ਹੀ ਆਪ ਖੋਜ ਕਰਦੇ ਹੋ, ਪੜ੍ਹਦੇ ਹੋ, ਪਰ ਵਿਦਿਆਰਥੀ ਬੈਠੇ ਆ, ਉਹਨਾਂ ਨੂੰ ਚੇਤੇ ਹੀ ਕਰਾਉਣਾ ਚਾਹਾਂਗਾ ਕਿ 1994 ਵਿੱਚ ਵਰਲਡ ਬੈਂਕ ਨੇ ਇੱਕ ਕਮੇਟੀ ਬਣਾਈ, ਰਿਪੋਰਟ ਬਣਾਈ, ਤਾਂ ਜਿਹਦੇ 'ਚ ਉਹਨਾਂ ਨੇ ਗੱਲ ਕਿਹਾ ਕਿ ਸਾਨੂੰ ਜਿਹੜੀ ਉਚੇਰੀ ਸਿੱਖਿਆ ਹੈ, ਹਾਇਰ ਐਜੂਕੇਸ਼ਨ ਹੈ, ਇਹ ਕੋਈ ਮੈਰਿਟ ਗੁੱਡ ਨਹੀਂ ਹੈ, ਇਹ ਨੌਨ ਮੈਰਿਟ ਗੁੱਡ ਹੈ। ਜੋ ਟੈਕਨੀਕਲੀ ਉਹ ਇਹ ਕਹਿੰਦੇ ਆ ਕਿ ਜਿਹੜੀ ਚੀਜ਼ ਦਾ ਫਾਇਦਾ ਸਾਰੇ ਸਮਾਜ ਨੂੰ ਹੋਣਾ ਹੋਵੇ ਉਹ ਮੈਰਿਟ ਗੁੱਡ ਹੈ, ਅਤੇ ਜਿਹੜੀ ਚੀਜ਼ ਦਾ ਫਾਇਦਾ ਸਿਰਫ ਵਿਅਕਤੀ ਨੂੰ ਹੋਣਾ ਹੋਵੇ ਉਹ ਨੌਨ ਮੈਰਿਟ ਗੁੱਡ ਹੈ। ਤਾਂ 1994 'ਚ ਉਹਨਾਂ ਨੇ ਹਾਇਰ ਐਜੂਕੇਸ਼ਨ ਨੂੰ ਨੌਨ ਮੈਰਿਟ ਗੁੱਡ ਡਿਕਲੇਅਰ ਕੀਤਾ ਔਰ ਕਿਹਾ ਵੀ ਇਸ ਕਰਕੇ ਸਰਕਾਰਾਂ ਨੂੰ ਔਰ ਦਾ ਧਿਆਨ ਹੈ ਉਹ ਉਚੇਰੀ ਸਿੱਖਿਆ ਵੱਲ ਜਾਣ ਦੀ ਲੋੜ ਨਹੀਂ ਹੈ, ਅਤੇ ਉਹਨਾਂ ਨੂੰ ਜਿਹੜੀ ਥਲੜੀ ਸਿੱਖਿਆ ਹੈ ਪ੍ਰਾਇਮਰੀ ਤੱਕ ਵਾਲੀ ਹੀ ਧਿਆਨ ਦੇਣਾ ਚਾਹੀਦਾ, ਅਤੇ ਉਚੇਰੀ ਸਿੱਖਿਆ ਵਿੱਚੋਂ ਹੌਲੀ ਹੌਲੀ ਨਿਕਲ ਜਾਣਾ ਚਾਹੀਦਾ। ਇਹ 1994 ਦੀ ਗੱਲ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ, ਅਤੇ ਇਹ ਵੀ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿਉਂਕਿ ਇਹ ਦੌਰ ਸੀ ਉਹ ਜਦੋਂ ਹਿੰਦੁਸਤਾਨ ਦੀ ਅਰਥਚਾਰੇ ਦੀ ਹਾਲਤ ਬੜੀ ਮਾੜੀ ਹੋ ਗਈ ਸੀ। ਤੁਹਾਨੂੰ ਯਾਦ ਹੋਏਗਾ ਉਸ ਤੋਂ ਪਹਿਲਾਂ ਜਿਹੜੇ ਆਪਣੇ BP ਸਿੰਘ ਜੀ ਸੀ, ਇੰਨਾ ਅਰਥਚਾਰਾ ਮਾੜਾ ਹੋ ਗਿਆ ਸੀ ਕਿ ਉਹਨਾਂ ਨੂੰ ਕਈ ਟਨ ਸੋਨਾ ਉਹ ਬਾਹਰ ਗਿਰਵੀ ਰੱਖਣਾ ਪਿਆ ਸੀਗਾ। ਉਸ ਦੌਰ ਦਾ ਹਿੰਦੁਸਤਾਨ ਮਤਲਬ ਚੱਲ ਰਿਹਾ ਗਾ, ਔਰ ਇਹ ਉਸ ਦੇ ਪ੍ਰਸੰਗ ਵਿੱਚ ਹੀ ਫਿਰ ਇਸ ਕਰਕੇ ਇੱਕ ਮੀਟਿੰਗ 1997 'ਚ ਕਿੰਨੇ ਸਾਲ ਹੋ ਗਏ 1997 ਨੂੰ, ਸਮਝ ਲਓ ਵੀ 24 ਸਾਲ ਹੋ ਗਏ। ਮੈਂ ਤਾਂ ਕਹਿਣਾ ਵੀ ਇਹ ਗੱਲ ਅੱਜ ਦੀ ਨਹੀਂ ਹੈ। ਤਾਂ 1997 'ਚ ਇੱਕ ਮੀਟਿੰਗ ਗੌਰਮੈਂਟ ਆਫ ਇੰਡੀਆ ਨੇ ਕੀਤੀ ਹੈ, ਜਿਹਦੇ ਬਾਰੇ ਸਬਸਿਡੀਜ਼ ਦੇ ਬਾਰੇ ਕਮੇਟੀ 'ਤੇ ਰਿਪੋਰਟ ਬਣਾਈ ਹੈ ਕਿ ਕਿੱਥੇ ਸਬਸਿਡੀਜ਼ ਹੋਣੀਆਂ ਚਾਹੀਦੀਆਂ ਅਤੇ ਕਿੱਥੇ ਸਬਸਿਡੀਜ਼ ਨਹੀਂ ਹੋਣੀਆਂ ਚਾਹੀਦੀਆਂ। ਤਾਂ ਉਹਦੇ ਵਿੱਚ ਵੀ ਸਰਕਾਰ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਜਿਹੜੀ ਉਚੇਰੀ ਸਿੱਖਿਆ ਹੈ ਇਸ ਨੂੰ ਸਬਸਿਡੀਜ਼ ਬਹੁਤ ਜ਼ਿਆਦਾ ਨਾ ਅਤੇ ਕੱਟ ਦੇਣੀਆਂ ਚਾਹੀਦੀਆਂ ਨੇ, ਔਰ ਇਹ ਚੰਗਾ ਹੋਏਗਾ ਕਿ ਇਸ ਨੂੰ ਉਸ ਵੇਲੇ 95% ਦੀ ਗੱਲ ਕਰਦੇ ਸੀ ਕਿ ਇਹਨੂੰ ਕੱਟ ਕੇ 20-22% ਤੱਕ ਲੈ ਆਓ। ਉਹ ਮੈਂ ਵੇਖ ਰਿਹਾ ਸੀ ਇਹ 91-92 'ਚ 93 'ਚ ਤੁਹਾਡੇ ਬਜਟ ਕੀ ਸੀ ਅਤੇ ਹੁਣ ਦੇ ਤੁਹਾਡੇ ਬਜਟ ਕੀ ਹੈ ਉਸ ਦੇ। ਸੋ ਉਸ ਵੇਲੇ ਵੀ ਗੱਲ ਆਈ ਇਹ। ਤਾਂ ਮੈਨੂੰ ਇਹ ਲੱਗਦਾ ਕਿ ਜਿਵੇਂ ਬਲਵਿੰਦਰ ਗਰੇਵਾਲ ਕਹਿ ਗਿਆ ਨਾ ਕਿ ਮੁੱਠੀ 'ਚੋਂ ਰੇਤਾ ਹੌਲੀ ਹੌਲੀ ਨਹੀਂ ਡਿੱਗਦਾ, ਹੌਲੀ ਹੌਲੀ ਡਿੱਗੀ ਜਾਂਦਾ ਪਰ ਸਾਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਹੋਣ ਲੱਗਿਆ। ਅਤੇ 2000 ਵਿੱਚ ਇੱਕ ਫਿਰ
ਭਾਰਤ ਦੀ ਸਰਕਾਰ ਉਸ ਵੇਲੇ ਵਾਜਪਾਈ ਸਾਹਿਬ ਦੀ ਸਰਕਾਰ ਸੀ, ਉਹਨਾਂ ਨੇ ਇੱਕ ਕਮੇਟੀ ਬਣਾਈ। ਉਹ ਕਮੇਟੀ ਤੁਹਾਨੂੰ ਜ਼ਰੂਰ ਮੈਂ ਧਿਆਨ 'ਚ ਦਿਵਾਉਣਾ ਚਾਹੁੰਦਾ ਕਿ ਕਮੇਟੀ 'ਚ ਕੌਣ ਸੀਗੇ। ਉਚੇਰੀ ਸਿੱਖਿਆ ਤੇ ਕੋਈ ਕੋਠਾਰੀ ਵਰਗੇ ਜਾਂ ਰਾਧਾ ਕ੍ਰਿਸ਼ਨ ਵਰਗੇ ਬੰਦੇ ਨਹੀਂ ਸੀਗੇ। ਉਹ ਕਮੇਟੀ 'ਚ ਦੋ ਵਿਅਕਤੀ, ਹਮ ਦੋ ਹਮਾਰੇ ਦੋ ਵਾਲੇ, ਜਿਹਦੇ 'ਚ ਇੱਕ ਬਿਰਲਾ ਤੇ ਇੱਕ ਅੰਬਾਨੀ। ਬਿਰਲਾ ਅੰਬਾਨੀ ਯਾਨੀ ਇੱਕ ਕੋਈ ਛੋਟਾ ਵੱਡਾ ਪੁੱਤ ਪਿੱਛੇ ਹੋਣਾ ਉਸ ਵੇਲੇ। ਉਹਨਾਂ ਨੇ ਕਮੇਟੀ ਬਣਾਈ, ਸ਼੍ਰੀ ਵਾਜਪਾਈ ਦੀ ਸਰਕਾਰ ਵੇਲੇ ਬਣਾਈ। ਤਾਂ ਉਹਨਾਂ ਨੇ ਵੀ ਸਰਕਾਰ ਨੂੰ ਕਿਹਾ ਕਿ ਤੁਸੀਂ ਉਚੇਰੀ ਸਿੱਖਿਆ 'ਚੋਂ ਨਿਕਲ ਜਾਓ, ਛੋਟੀ ਸਿੱਖਿਆ ਤੁਸੀਂ ਰੱਖ ਲਓ, ਅਤੇ ਇਹ ਜਿਹੜੀ ਉਚੇਰੀ ਸਿੱਖਿਆ, ਕਿਉਂਕਿ ਇਹ ਵੇਚੀ ਵੱਟੀ ਜਾ ਸਕਦੀ ਹੈ, ਇਹਦੇ 'ਚੋਂ ਪੈਸੇ ਕਮਾਏ ਜਾ ਸਕਦੇ ਆ, ਇਹਦੇ 'ਚ ਕਾਫੀ ਸੰਭਾਵਨਾ ਹੈ ਪੈਸੇ ਕਮਾਉਣ ਦੀ, ਇਹ ਸਾਡੇ 'ਤੇ ਛੱਡ ਦਿਓ, ਇਹ ਸਾਨੂੰ ਦੇ ਦਿਓ, ਖਾਸ ਕਰਕੇ ਜਿਹੜੀ ਟੈਕਨੀਕਲ ਪ੍ਰੋਫੈਸ਼ਨਲ ਐਜੂਕੇਸ਼ਨ ਹੈ ਸਾਨੂੰ ਦੇ ਦਿਓ। ਤਾਂ ਇਹ ਉਸ ਵੇਲੇ ਦੀ ਨੀਤੀ ਜਿਹੜੀ ਹੈ ਉਹ ਆਪਣੇ ਕੋਲ ਚੱਲ ਰਹੀ ਹੈ। ਔਰ ਤੁਹਾਡੇ ਨਾਲ ਵੀ ਸ਼ਾਇਦ ਜਿਵੇਂ ਕਹਿੰਦੇ ਆਪਾਂ ਉਡੀਕਦੇ ਰਹੇ, ਉਹ ਮੈਨੂੰ ਗੱਲ ਚੇਤੇ ਆਉਂਦੀ ਹੈ ਉਹ ਸੈਕੰਡ ਵਰਲਡ ਵਾਰ ਵਾਲੇ ਦੀ, ਕਿ ਕੋ ਪਾਦਰੀ ਸੀ ਕਿ ਪੋਪ ਸੀ, ਉਹਨੇ ਕਿਤੇ ਲਿਖਿਆ ਗਾ ਕਿਤੇ, ਉਹ ਕਹਿੰਦੇ ਵੀ ਪਹਿਲਾਂ ਹਿਟਲਰ ਨੇ ਨਾ ਯਹੂਦੀ ਮਾਰੇ, ਉਹ ਯਹੂਦੀਆਂ ਨੂੰ ਫੜਨ ਆਉਂਦੇ ਸੀ, ਅਤੇ ਮੈਂ ਸੋਚਿਆ ਮੈਨੂੰ ਕੀ ਹੁੰਦਾ, ਮੈਂ ਕਿਹੜਾ ਯਹੂਦੀ ਹਾਂ। ਅਤੇ ਫਿਰ ਕਹਿੰਦਾ ਉਹ ਕਮਿਊਨਿਸਟਾਂ ਨੂੰ ਫੜ ਕੇ ਮਾਰਨ ਲੱਗ ਗਏ, ਤਾਂ ਮੈਂ ਸੋਚਿਆ ਵੀ ਮੈਨੂੰ ਕੀ ਹੁੰਦਾ, ਮੈਂ ਕਿਹੜਾ ਕਮਿਊਨਿਸਟ ਹਾਂ। ਅਤੇ ਫਿਰ ਟ੍ਰੇਡ ਯੂਨੀਅਨ ਵਾਲਿਆਂ ਨੂੰ ਫੜ ਕੇ ਮਾਰਨ ਲੱਗ ਗਏ, ਅਤੇ ਮੈਂ ਸੋਚਿਆ ਵੀ ਮੈਨੂੰ ਕੀ ਹੁੰਦਾ, ਮੈਂ ਕਿਹੜਾ ਟ੍ਰੇਡ ਯੂਨੀਅਨਿਸਟ ਹਾਂ। ਉਹ ਕਹਿੰਦਾ ਬਾਅਦ 'ਚ ਮੇਰੇ ਕੋਲ ਆ ਗਏ, ਪਰ ਮੇਰੇ ਨਾਲ ਬੋਲਣ ਵਾਲਾ ਕੋਈ ਨਹੀਂ ਸੀ ਉਸ ਵੇਲੇ। ਅਸੀਂ ਸ਼ਾਇਦ ਇਸ ਪਾਸਿਓਂ ਜਿਹੜੀ ਗੱਲ ਬਲਵਿੰਦਰ ਗਰੇਵਾਲ ਕਹਿ ਰਿਹਾ ਕਿ ਅਸੀਂ ਖੁੰਝੇ ਹਾਂ ਇਸ ਪਾਸਿਓਂ, ਕਿ ਫਰਜ਼ ਕਰ ਲਓ ਪੰਜਾਬ ਦੀ ਉਚੇਰੀ ਸਿੱਖਿਆ ਵਿੱਚ ਜੋ ਕੁਛ ਹੋਇਆ ਪਿਛਲੇ ਦੌਰ ਵਿੱਚ, ਹਮੀਰ ਸਿੰਘ ਹੋਰਾਂ ਨੇ ਗੱਲ ਕੀਤੀ ਹੈ ਉਸ ਦੇ, ਕਿ ਪਿਛਲੇ ਦੌਰ ਜੋ ਸਰਕਾਰੀ ਕਾਲਜ ਸੀ ਫਰਜ਼ ਕਰ ਲਓ, ਉੱਥੇ 1873 ਪੋਸਟਾਂ 'ਚੋਂ ਹੁਣ 300-400 ਪੋਸਟ ਹੈ, 1873 ਪੋਸਟਾਂ 'ਚੋਂ। ਔਰ ਪਹਿਲੀ ਵਾਰੀ ਇਹ ਹੋਇਆ ਕਿ ਸਰਕਾਰੀ ਕਾਲਜਾਂ 'ਚ ਸੁਸਾਇਟੀ ਫਾਰ ਹਾਇਰ ਐਜੂਕੇਸ਼ਨ ਬਣੀ, ਔਰ ਬੰਦੇ ਰੱਖ ਲਏ, ਪੂਰੇ ਪੈਸੇ ਦੇ ਕੇ ਰੱਖ ਲਏ, ਉਹ ਬੱਚਿਆਂ ਤੋਂ ਫੀਸ ਪੂਰੀ ਲਈ, ਅਤੇ ਅਧਿਆਪਕਾਂ ਨੂੰ ਇੱਕ ਲੁਧਿਆਣੇ ਦਾ ਅਧਿਆਪਕ ਮੈਨੂੰ ਮਿਲਿਆ ਉਸ ਵੇਲੇ, ਤੁਸੀਂ ਆਪਾਂ ਗੱਲ ਕਰਦੇ ਹਾਂ ਬੌਧਿਕਤਾ ਦੀ, ਤਾਂ ਮੈਂ ਵੇਖਿਆ ਕਿ ਉਹਨੂੰ 7-8 ਹਜ਼ਾਰ ਰੁਪਏ ਉਦੋਂ ਮਿਲਦਾ ਸੀ। ਤਾਂ ਮੈਨੂੰ ਇੱਕ ਪ੍ਰੋਫੈਸਰ ਨੇ ਕਿਹਾ ਕਿ ਜਿਹੜੇ ਮੇਰੇ ਘਰੇ ਬੰਦਾ ਰੱਖਿਆ ਇੱਕ ਮੈਂਸ ਪਾਲਣ ਵਾਸਤੇ, ਉਹਦੀ ਇਨਕਮ 15-20 ਹਜ਼ਾਰ ਬਣ ਜਾਂਦੀ ਹੈ, ਅਤੇ ਪ੍ਰੋਫੈਸਰ ਨੂੰ 7-8 ਹਜ਼ਾਰ ਰੁਪਏ ਦੇ ਕੇ ਉੱਥੇ ਪ੍ਰੋਫੈਸਰ ਨੂੰ ਰੱਖਿਆ। ਅਤੇ ਗੈਰ ਸਰਕਾਰੀ ਕਾਲਜਾਂ 'ਚ ਕੀ ਹੋਇਆ, ਸਾਡੇ ਕੋਲ ਸਾਰੀ ਉਮਰ ਮੇਰੀ ਉਸ ਅਧਿਆਪਕ ਲਹਿਰ 'ਚ ਲੱਗ ਕੇ ਉਹਦੇ ਨਾਲ ਰਹਿ ਕੇ, ਕਿ ਸਾਡੇ ਕੋਲ ਤਕਰੀਬਨ ਜਿਹਨੂੰ ਕਹਿੰਦੇ ਆ 4000 ਪੋਸਟ ਸੀ, ਜਿਹਦੇ 'ਚ ਹੁਣ 1000-1500 ਪੋਸਟ ਹੈ। ਹੌਲੀ ਹੌਲੀ ਜਿਹੜੀਆਂ 2002 'ਚ ਤੁਹਾਨੂੰ ਪਤਾ ਹੋਣਾ ਕਿ ਪੋਸਟਾਂ ਭਰਨ 'ਤੇ ਪਾਬੰਦੀ ਪੰਜਾਬ ਸਰਕਾਰ ਨੇ ਜਿਹੜੀ ਆ ਉਹ ਲਾਈ ਉਸ ਦੀ। ਸੋ ਅਸੀਂ ਇਹ ਬੈਠੇ ਨਾ ਉਡੀਕੀ ਗਏ ਸ਼ਾਇਦ ਕਿ ਮੇਰੇ ਪ੍ਰਤੀ ਬੜੇ ਇਹ ਕਾਇੰਡ ਹੈ, ਮੈਨੂੰ ਸ਼ਾਇਦ ਠੀਕ ਹੀ ਹੈ, ਮੈਨੂੰ ਕੁਛ ਨਹੀਂ ਕਹਿਣਗੇ, ਅਤੇ ਇੱਦਾਂ ਹੀ ਸਰਸਰ ਜਾਏਗਾ। ਸੋ ਇੱਕ ਤਾਂ ਸਾਨੂੰ ਇਸ ਪੱਖੋਂ ਆਪਣੇ ਚਿਤਨ ਹੋਣ ਦੀ ਲੋੜ ਹੈ। ਹੋਇਆ ਹੁਣ ਤੁਹਾਡੇ ਨਾਲ ਵੀ ਉਹੀ ਹੈ ਅਤੇ ਹੋ ਰਿਹਾ। ਪੈਟਰਨ ਕੀ ਹੈ? ਪੈਟਰਨ ਇਹ ਹੈ ਕਿ ਜਿਹੜੀ ਸਿੱਖਿਆ ਅਤੇ ਸਿਹਤ, ਇਹ ਸਰਕਾਰ ਦਾ ਕੰਮ ਨਹੀਂ, ਆਪੇ ਹੀ ਚਲਾਓ ਜਿਹਨੇ ਚਲਾਉਣੀ ਆ, ਪ੍ਰਾਈਵੇਟ ਵਾਲੇ ਚਲਾਓ, ਤੁਸੀਂ ਚਲਾਓ, ਅਤੇ ਜਾਂ ਲੋਕ ਪੈਸੇ ਦੇ ਕੇ ਚਲਾਉਣ, ਸੋ ਇਹਦਾ ਅਰਥ ਕੀ ਹੈ? ਇਸ ਦਾ ਅਰਥ ਕੀ ਹੈ ਕਿ ਜੇ ਤੁਹਾਡੇ ਕੋਲ ਪੈਸੇ ਹੈਗੇ ਤਾਂ ਪੜ੍ਹ ਲਓ, ਜੇ ਪੈਸੇ ਨਹੀਂ ਹੈ ਗੋ ਟੂ ਦੀ ਵਾਲ। ਜੇ ਤੁਹਾਡੇ ਕੋਲ ਪੈਸੇ ਹੈਗੇ ਤਾਂ ਆਪਣਾ ਹਸਪਤਾਲਾਂ 'ਚ ਇਲਾਜ ਕਰਾ ਲਓ, ਅਦਰਵਾਈਜ਼ ਚਾਹੇ ਤੁਸੀਂ ਸੜਕ 'ਤੇ ਹਸਪਤਾਲ ਦੇ ਸਾਹਮਣੇ ਗੇਟ 'ਤੇ ਪਏ ਮਰ ਜਾਓ, ਤੁਹਾਡਾ ਕੋਈ ਇੰਤਜ਼ਾਮ ਆਪਣੇ ਤੌਰ 'ਤੇ ਨਹੀਂ ਹੈ। ਇਹ ਨੀਤੀ ਜਿਹੜੀਆਂ ਸਰਕਾਰਾਂ ਦੀਆਂ ਚੱਲ ਰਹੀਆਂ ਨੇ, ਜਿਹਦੇ ਵਿਕਟਮ ਹੁਣ ਤੁਸੀਂ ਉਸ ਦੇ ਬਣ ਰਹੇ ਹੋ। ਮੈਂ ਇਹ ਵੀ ਤੁਹਾਡੇ ਧਿਆਨ 'ਚ ਲਿਆਵਾਂ ਕਿ ਇਹ ਜਿਸ ਤਰ੍ਹਾਂ ਬਹੁਤ ਸਾਰੇ ਵਿਦਵਾਨਾਂ ਨੇ ਗੱਲ ਕਹੀ ਹੈ ਕਿ ਇਹਦੇ ਇੰਨੀ ਗੱਲ ਹੀ ਨਹੀਂ ਹੁੰਦੀ ਵਿੱਦਿਆ ਵਾਲੀ, ਇਹਦੇ 'ਚ ਵੱਡੀਆਂ ਗੱਲਾਂ ਹੋਰ ਸ਼ਾਮਲ ਹੁੰਦੀਆਂ ਨੇ। ਤਾਂ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੂੰਗਾ ਕਿ ਮਹਾਂਭਾਰਤ ਵੇਲੇ ਕੀ ਹੋਇਆ ਸੀ, ਉਸ ਦੇ ਜਿਹੜਾ ਇਕਲਵਿਆ ਸੀਗਾ, ਉਸ ਨੂੰ ਵਿੱਦਿਆ ਦੇਣ ਤੋਂ ਇਨਕਾਰ ਜਿਹੜਾ ਸੀਗਾ, ਉਹ ਕੀ ਨਾਂ ਸੀ ਅਧਿਆਪਕ ਦਾ, ਭੀਮਿੰਦਰ ਦਰੋਣਾਚਾਰੀਆ ਨੇ ਕੀਤਾ। ਉਹਨੇ ਵਿੱਦਿਆ ਦੇਣ ਤੋਂ ਇਨਕਾਰ ਕੀਤਾ, ਅਤੇ ਉਹ ਫਿਰ ਵੀ ਬੱਚਾ ਸਿੱਖ ਗਿਆ, ਅਤੇ ਉਹ ਅਰਜਨ ਹੋਰਾਂ ਦੇ ਤੀਰ ਤੁਰ ਬੁਲਾਉਣ ਚੱਲ ਗਿਆ। ਅਤੇ ਮੁੜ ਕੇ ਜਦੋਂ ਸਿੱਖਿਆ ਵੀ ਫਿਰ ਵੀ ਗਿਆਨ ਸਿੱਖ ਗਿਆ, ਇਹ ਟੈਕਨੀਕ ਸਿੱਖ ਗਿਆ, ਤੀਰ ਚਲਾਉਣਾ ਸਿੱਖ ਗਿਆ, ਤਾਂ ਉਹ ਤੋਂ ਅੰਗੂਠਾ ਉਸਦਾ ਲੈ ਲਿਆ ਅਤੇ ਅੰਗੂਠਾ ਕੱਟ ਲਿਆ। ਕਿਉਂ? ਰਾਜਾ ਨਹੀਂ ਚਾਹੁੰਦਾ ਕਿ ਪ੍ਰਜਾ ਕੋਲੇ ਗਿਆਨ ਹੋਵੇ।
ਰਾਜਾ ਨਹੀਂ ਚਾਹੁੰਦਾ ਕਿ ਮੇਰੀ ਹਕੂਮਤ ਨੂੰ ਚੈਲੰਜ ਕਰਨ ਵਾਲਾ ਕੋਈ ਗਿਆਨ ਪੈਦਾ ਹੋਵੇ। ਔਰ ਇਸ ਕਰਕੇ ਮੁੜ ਤੋਂ ਹੀ ਤੁਹਾਨੂੰ ਇਹ ਵੀ ਗੱਲ ਦੇਣਾ ਚਾਹਾਂਗਾ, ਇਹ ਕੋਈ ਖਾਸ ਗੱਲ ਨਹੀਂ, ਅੱਜ ਵੀ ਉਹ ਗੱਲ ਲਾਗੂ ਨਵੀਂ ਐਜੂਕੇਸ਼ਨ ਜੋੜ ਕੇ ਵੀ ਤੁਸੀਂ ਕਰੋਗੇ ਕਿ ਫਿਰ ਇਹ ਆ ਗਿਆ ਕਿ ਵੀ ਜਿਹੜਾ ਗਰੀਬ ਹੈ, ਕਮਜ਼ੋਰ ਹੈ, ਉਹ ਨਹੀਂ ਪੜ੍ਹ ਸਕਦਾ। ਜੇ ਵੇਦ ਅੱਖਾਂ ਨਾਲ ਪੜ੍ਹੇਗਾ ਤਾਂ ਅੱਖਾਂ ਕੱਢ ਦਿਆਂਗੇ, ਜੇ ਸੁਣੇਗਾ ਤਾਂ ਕੰਨ 'ਚ ਸਿੱਕਾ ਪਾ ਦਿਆਂਗੇ, ਬੋਲੇਗਾ ਤਾਂ ਜਿਹੜਾ ਕਿ ਇਹਨੂੰ ਆਪਾਂ ਜੀਭ ਵੱਢ ਦਿਆਂਗੇ। ਇਹ ਦੌਰ 'ਚੋਂ ਵੀ ਆਪਾਂ ਲੰਘੇ। ਇਹ ਵੀ ਕਿਉਂਕਿ ਜਿਹੜਾ ਸਮਾਜ 'ਚ ਉਥਲ ਪੁਥਲ ਗਿਆਨ ਪੈਦਾ ਕਰਦਾ ਗਾ, ਉਹ ਗਿਆਨ ਦੀ ਉਥਲ ਪੁਥਲ ਰੋਕਣ ਲਈ ਲੋਕਾਂ ਨੂੰ ਅਗਿਆਨ ਰੱਖਣਾ ਔਰ ਲੋਕਾਂ ਨੂੰ ਪੜ੍ਹਨ ਨਾ ਦੇਣਾ, ਇਹ ਹਮੇਸ਼ਾ ਨੀਤੀ ਇਸ ਤੇ ਰਹੀ ਹੈ। ਸਿਰਫ ਫਰਕ ਕੀ ਸੀਗਾ, ਉਦੋਂ ਧੱਕੇ ਨਾਲ, ਡੰਡੇ ਨਾਲ ਲੋਕਾਂ ਨੂੰ ਗਿਆਨ ਤੋਂ ਬਾਹਰ ਕੱਢਿਆ ਜਾਂਦਾ ਸੀਗਾ, ਅਤੇ ਹੁਣ ਪੈਸੇ ਦੇ ਜ਼ੋਰ ਨਾਲ ਲੋਕਾਂ ਨੂੰ ਗਿਆਨ ਤੋਂ ਬਾਹਰ ਕੱਢਿਆ ਜਾਂਦਾ ਗਾ ਕਿ ਇੰਨੀ ਮਹਿੰਗੀ ਸਿੱਖਿਆ ਕਰ ਦਿਓ, ਇੰਨੀ ਇਸ ਤਰ੍ਹਾਂ ਕਰ ਦਿਓ ਤਾਂ ਕਿ ਉਹ ਪੜ੍ਹ ਹੀ ਨਾ ਸਕਣ ਉਸ ਦੇ ਸਾਡੇ ਦੇ ਕੋਲੋਂ। ਅਤੇ ਉਹਦਾ ਸਿੱਟਾ ਇਹ ਹੈ। ਇੱਥੇ ਪਿੱਛੇ ਸੁਰਜੀਤ ਹੋਣੀ ਵੀ ਨਾਲ ਸੀ, ਸਾਨੂੰ ਵੀ ਵਾਈਸ ਚਾਂਸਲਰ ਮੈਨੂੰ ਮਿਲਣ ਦਾ ਸਾਨੂੰ ਮੌਕਾ ਮਿਲਿਆ। ਕੋਰਸ ਦੇ ਚਾਹੁੰਦੇ ਕੀ ਆ ਬਈ, ਉਹ ਕਹਿੰਦੇ ਜੇ ਵਿਦਿਆਰਥੀਆਂ ਦੀਆਂ ਫੀਸਾਂ ਫੂਸਾਂ ਵਧਾ ਲਓ ਜਾਂ ਹੋਰ ਵਧਾ ਲਓ, ਉਸ ਤਰ੍ਹਾਂ ਕੰਮ ਚਲਾਓ, ਉਸ ਤਰ੍ਹਾਂ ਕੰਮ ਚਲਾਓ। ਫਾਰਮੂਲੇ ਦੋ ਹੈ ਕਿ ਯੂਨੀਵਰਸਿਟੀ ਨੂੰ ਕਿਵੇਂ ਚਲਾਓ, ਕਿ ਇੱਕ ਤਾਂ ਵਿਦਿਆਰਥੀਆਂ ਦੀਆਂ ਫੀਸਾਂ ਵਧਾ ਦਿਓ, ਔਰ ਕਈ ਵਾਰੀ ਸਾਡੇ ਅਧਿਆਪਕ ਵੀ ਮਾੜਾ ਮੋਟਾ ਮਿੱਠੀ ਜੀ ਆਵਾਜ਼ 'ਚ ਕਹਿ ਦਿੰਦੇ ਆ ਵੀ ਵਧ ਜਾਣ ਤਾਂ ਕੋਈ ਨਹੀਂ, ਸਾਡੀਆਂ ਤਨਖਾਹਾਂ ਦਾ ਮਸਲਾ ਸ਼ਾਇਦ ਇਸ ਤਰ੍ਹਾਂ ਹੀ ਹੱਲ ਹੋ ਜੇ, ਵੱਧ ਜਾਣ ਕੋਈ ਗੱਲ ਨਹੀਂ, ਥੋੜ੍ਹੀ ਜਿਹੀ ਡਰਦੇ ਜੇ ਗੱਲ ਅਸੀਂ ਵੀ ਕਹਿ ਦਿੰਦੇ ਹਾਂ ਵੱਧ ਜਾਣ। ਤਾਂ ਬਈ ਸਾਨੂੰ ਸਪਸ਼ਟ ਹੋਣਾ ਚਾਹੀਦਾ ਕਿ ਕਿਸੇ ਵੇਲੇ ਇਸ ਜਿਹੜੀ ਯੂਨੀਵਰਸਿਟੀ ਹੈ, ਉਹ ਮੈਂ ਤੁਹਾਨੂੰ ਉਹਨਾਂ ਸਾਲਾਂ ਦੀ ਅਤੇ ਹੁਣ ਦੀ ਗੱਲ, ਦੋ ਅੰਕੜੇ ਤੁਹਾਡੇ ਧਿਆਨ 'ਚ ਲਿਆਉਣਾ ਕਿ ਇਹ ਮਾਡਲ ਦੀ ਸੰਭਾਵਨਾ ਨਹੀਂ ਹੈ ਇਸ ਦੀ। ਔਰ ਕਿਸੇ ਵੇਲੇ ਜਿਹੜੀ ਗੌਰਮੈਂਟ ਹੈ ਨਾ 1991-92 'ਚ, ਮੈਂ 93-94 ਤੋਂ ਗੱਲ ਸ਼ੁਰੂ ਕੀਤੀ ਸੀ, ਜਿਹੜੀ ਗੌਰਮੈਂਟ ਦੀ ਗ੍ਰਾਂਟ ਸੀ ਉਹ 8-9 ਗੁਣਾ ਸੀ ਵਿਦਿਆਰਥੀਆਂ ਦੀਆਂ ਫੀਸਾਂ ਤੋਂ। ਜਿੰਨੇ ਵਿਦਿਆਰਥੀਆਂ ਦੀਆਂ ਫੀਸਾਂ ਰਾਹੀਂ ਪੈਸੇ ਇਕੱਠੇ ਆਉਂਦੇ ਸੀ, ਅਤੇ 8-9 ਗੁਣਾ ਜਿਹੜੀ ਸੀ ਉਹ ਸਰਕਾਰ ਦੀ ਗ੍ਰਾਂਟ ਸੀਗੀ। ਅਤੇ ਹੁਣ ਤਕਰੀਬਨ ਅੱਧੀ ਹੈ ਵਿਦਿਆਰਥੀਆਂ ਦੀਆਂ ਫੀਸਾਂ ਤੋਂ ਜਿੰਨੇ ਪੈਸੇ। ਪਰਸੋਂ ਚੌਥੇ ਮੈਨੂੰ ਟਿਵਾਣਾ ਸਾਹਿਬ ਨੇ ਗੱਲ ਕੀਤੀ, ਅਸੀਂ ਕਿਤੇ ਜਾਣਾ ਸੀ, ਉਹ ਕਹਿੰਦੇ ਸੀ ਜਿਹੜਾ ਹੁਣ ਬਜਟ ਐਤਕੀ ਬਣਿਆ ਉਹਦੇ 'ਚ 190 ਕਰੋੜ ਰੁਪਇਆ ਉਹ ਵਿਦਿਆਰਥੀਆਂ ਫੀਸਾਂ ਫੰਡਾਂ ਤੋਂ ਦਿਖਾਇਆ ਗਿਆ, ਅਤੇ ਸਰਕਾਰ ਦੀ ਗ੍ਰਾਂਟ 108 ਕਰੋੜ ਦਿਖਾਈ ਗਈ। ਉਹ ਵੀ ਜੇ ਮਿਲ ਜੇ ਤਾਂ, ਉਹ ਵੀ ਜੇ ਮਿਲ ਜੇ, ਇਟ ਮੀਨਸ ਤਕਰੀਬਨ ਜਿਹੜੀ ਆ ਉਸ ਤੋਂ ਅੱਧੀ, ਜਿਹੜੀ 9 ਗੁਣਾ ਗ੍ਰਾਂਟ ਸੀ ਕਿਸੇ ਵੇਲੇ 91-92 'ਚ, ਅਤੇ ਹੁਣ ਉਹ 0.57% ਇੰਨੀ ਗ੍ਰਾਂਟ ਉਸ ਤੋਂ ਦਿੱਤੀ ਗਈ ਹੈ। ਇੱਕ ਹੋਰ ਢੰਗ ਨਾਲ ਵੀ ਤੁਸੀਂ ਦੇਖ ਲਓ ਕਿ ਇਹ ਹੋ ਕੀ ਰਿਹਾ ਅਤੇ ਕੀ ਕਰਨਾ ਚਾਹੁੰਦੇ ਨੇ। ਵੀ ਫਸਟ ਕੋਲ ਇੱਕ ਆਪਾਂ ਦੇਖਦੇ ਹਾਂ ਕਿ ਸਰਕਾਰ ਬਜਟ ਵਿੱਚ ਕਿੰਨਾ ਹਿੱਸਾ ਜਿਹੜੀ ਪਾ ਰਹੀ ਹੈ। ਤਾਂ ਜਿਹੜਾ ਖਰਚਾ ਹੁੰਦਾ ਯੂਨੀਵਰਸਿਟੀ 'ਚ, ਤਾਂ 91-92 'ਚ ਉਸ ਖਰਚੇ ਦਾ 88.36% ਪੰਜਾਬ ਸਰਕਾਰ ਆਪਣੀ ਗ੍ਰਾਂਟ ਰਾਹੀਂ ਪੂਰਾ ਕਰਦੀ ਸੀ। 88.36% ਆਪਣੇ ਗ੍ਰਾਂਟ ਰਾਹੀਂ ਪੂਰਾ ਕਰਦੀ ਸੀ, ਅਤੇ ਹੁਣ 2021 'ਚ ਜਿਹੜਾ ਹੈਗਾ ਸਰਕਾਰ 16% ਪੂਰਾ ਕਰਦੀ ਹੈ ਖਰਚੇ ਦਾ, 16% ਪੂਰਾ ਕਰਦੀ ਹੈ। ਸੋ ਸਾਰਾ ਜਿਹੜਾ ਖਰਚਾ ਸੀ, ਕਿਸ ਤਰ੍ਹਾਂ ਉਸ ਤੋਂ ਸਰਕਾਰ ਭੱਜੀ ਔਰ ਕਿਸ ਤਰ੍ਹਾਂ ਉਹ ਵਿਦਿਆਰਥੀਆਂ 'ਤੇ ਸ਼ਿਫਟ ਕੀਤਾ, ਔਰ ਸ਼ਿਫਟ ਕਰਨ ਦਾ ਜਿਹੜਾ ਹੈਗਾ ਹੋਰ ਇਰਾਦਾ ਗਾ, ਉਹਦੇ 'ਚੋਂ ਇਹ ਸੰਕਟ ਜਿਹੜਾ ਹੈਗਾ ਆਪਣੇ ਵਾਸਤੇ ਨਿਕਲ ਰਿਹਾ ਹੈਗਾ। ਔਰ ਇਹ ਵੀ ਮੈਂ ਤੁਹਾਡੇ ਧਿਆਨ 'ਚ ਲਿਆਵਾਂ ਉਸ ਗੱਲ ਨੂੰ ਕਿ ਬਈ ਸਰਕਾਰ ਨੇ ਘੱਟੋ ਘੱਟ ਚਲੋ ਟੀਚਰ ਕੋਈ ਰਿਸਰਚ ਵਾਸਤੇ ਪੈਸੇ ਇਕੱਠੇ ਕਰ ਲਏਗਾ, UGC ਤੋਂ ਲਿਆਏਗਾ, ਇੱਧਰੋਂ ਉੱਧਰੋਂ ਹੋਰ ਇਕੱਠੇ ਕਰ ਲਏਗਾ, ਐਂਡਾਊਮੈਂਟ ਲੈ ਲਏਗਾ, ਕੋਈ ਦਾਨੀ ਪੁਰਖ ਤੋਂ ਬੰਦਾ ਲਏਗਾ। ਤਨਖਾਹਾਂ ਲਈ ਕਦੇ ਕੋਈ ਤੁਹਾਨੂੰ ਦਾਨ ਨਹੀਂ ਮਿਲਦਾ ਹੁੰਦਾ। ਨੋਰਮਲ ਮੈਂ ਵੇਖਿਆ ਕਾਲਜ ਮੈਂ ਚਲਾਇਆ ਗਾ ਕਿ ਜੇ ਕਹੋ ਵੀ ਚੱਲ ਤੇਰੇ ਬਾਪੂ ਦੇ ਨਾਂ 'ਤੇ ਕਮਰਾ ਬਣਾ ਦਿਆਂਗੇ, ਕੋਈ ਸਟੇਡੀਅਮ ਬਣਾ ਦਿਆਂਗੇ, ਉਹਦੇ ਲਈ ਤਾਂ ਪੈਸੇ ਪੂਸੇ ਦੇਣ ਦਾ, ਅਤੇ ਜੇ ਮੈਂ ਕਹਾਂ ਵੀ ਮੇਰੇ ਕੋਲ ਤਨਖਾਹ ਦੇਣ ਨੂੰ ਪੈਸੇ ਨਹੀਂ, ਵੀ ਮੈਨੂੰ ਉਹਦੇ ਪੈਸੇ ਦੇ ਨਾ, ਉਹਦੇ ਲਈ ਕੋਈ ਪੈਸੇ ਪੂਸੇ ਨਹੀਂ ਦਿੰਦਾ ਕੋਈ। ਇੱਕ ਜਨਰਲ ਐਕਸਪੀਰੀਅੰਸ ਆਪਣੇ ਕੋਲ ਹੈ। ਅਤੇ ਇਸ ਕਰਕੇ ਘੱਟੋ ਘੱਟ ਤਨਖਾਹਾਂ ਪੈਨਸ਼ਨ ਦਾ ਮਸਲਾ ਤਾਂ ਸਰਕਾਰਾਂ ਨੇ ਲੈਣਾ ਹੁੰਦਾ ਗਾ। ਔਰ ਉੱਥੇ ਕੀ ਹੋਇਆ ਵਾ ਕਿ 91-92 'ਚ ਜਿੰਨੀਆਂ ਤਨਖਾਹਾਂ ਅਤੇ ਪੈਨਸ਼ਨਾਂ ਦਾ ਖਰਚਾ ਸੀ ਅਧਿਆਪਕਾਂ ਦਾ, ਉਹਦਾ 125% ਸਰਕਾਰ ਦੀ ਗ੍ਰਾਂਟ ਆਉਂਦੀ ਸੀ। 125%। ਇਹ ਮਤਲਬ ਤਨਖਾਹਾਂ ਪੈਨਸ਼ਨਾਂ ਤੋਂ ਵੱਧ ਆਉਂਦੀ ਸੀ ਜਿਹੜੀ ਯੂਨੀਵਰਸਿਟੀ ਹੋਰ ਕੰਮਾਂ ਲਈ ਖਰਚਾ ਕਰ ਸਕਦੀ ਸੀ। ਅਤੇ ਜਿਹੜੀ ਹੁਣ ਹੈ 2021 'ਚ, ਉਹ ਜਿਹੜੀ ਸਰਕਾਰ ਦੀ ਗ੍ਰਾਂਟ ਹੈ ਉਹ ਤਨਖਾਹਾਂ ਪੈਨਸ਼ਨਾਂ ਦਾ 20-21% ਆ ਸਾਰਾ। 125% ਤੋਂ ਘੱਟ ਕੇ 20-21% ਹੈ। ਤਾਂ ਕੁਦਰਤੀ ਤੌਰ 'ਤੇ ਜੀ ਆਪਣਾ ਅਧਿਆਪਕ ਉੱਥੇ ਬੈਠੇ ਆ, ਧਰਨਾ ਮਾਰ ਰਿਹਾ, ਜਲਸਾ ਮਾਰ ਰਿਹਾ, ਮੈਨੂੰ ਦੱਸ ਰਹੇ ਆ, ਸਾਡੀਆਂ ਗੱਲਾਂ ਹੋ ਰਹੀਆਂ ਕਿ ਇੰਨੇ ਮਹੀਨੇ ਦੀ ਤਨਖਾਹ ਨਹੀਂ ਮਿਲੀ, ਪੈਨਸ਼ਨਾਂ ਨਹੀਂ ਮਿਲੀਆਂ, ਉਹਦੇ ਜਿਹੜਾ ਤੁਹਾਡਾ ਆਪਣਾ ਪ੍ਰੋਵੀਡੈਂਟ ਫੰਡ ਜਮ੍ਹਾਂ ਕਰਾਇਆ ਹੋਇਆ ਉਹ ਕੱਢਣ 'ਚ ਪ੍ਰੋਬਲਮ ਹੈ।
इस तरह सरकारां ने अपने पूरे ਜਿਹੜੇ ਹੱਥ ਖੜੇ ਕਰਤੇ ਹੈ ਔਰ ਐਜੂਕੇਸ਼ਨ ਦੇ ਪ੍ਰਤੀ, ਔਰ ਤੁਹਾਡੀ ਯੂਨੀਵਰਸਿਟੀ ਪ੍ਰਤੀ ਨਹੀਂ, ਬਾਕੀਆਂ ਯੂਨੀਵਰਸਿਟੀਆਂ ਦਾ ਵੀ ਇਹੀ ਹਾਲ ਹੈ। ਇਹ ਮੈਂ ਤੁਹਾਡੇ ਧਿਆਨ 'ਚ ਲਿਆਵਾਂ। ਔਰ ਇੱਕ ਇਹ ਵੀ ਗੱਲ ਫਿਰ ਧਿਆਨ 'ਚ ਰੱਖਿਓ, ਆ ਗੱਲ ਇੱਕ ਦੇ ਸੱਜਣ ਨੇ ਕਹੀ ਹੈ ਕਿ ਜਿਹੜੀਆਂ ਨਵੀਂ ਐਜੂਕੇਸ਼ਨ ਨੀਤੀ ਆ ਰਹੀ ਹੈ ਜਿਹਦੀ ਇੱਥੇ ਕੋਈ ਚਰਚਾ ਨਹੀਂ ਹੋਈ, ਅਤੇ ਜਿਹੜੀ ਤੁਹਾਡੀ ਯੂਨੀਵਰਸਿਟੀ ਵਿੱਚ ਵੀ ਕੋਈ ਚਰਚਾ ਨਹੀਂ ਹੋਈ, ਕਿਉਂਕਿ ਫਿਰ ਅਸੀਂ ਵੇਖਦੇ ਹਾਂ ਕਿ ਸ਼ਾਇਦ ਇਹ ਅੱਖਾਂ ਮੀਟ ਕੇ ਬਹਿ ਜਾਓ ਕਿ ਸਾਨੂੰ ਬਿੱਲੀ ਕੁਛ ਨਹੀਂ ਕਹਿੰਦੀ, ਸਾਨੂੰ ਨਹੀਂ ਬਿੱਲੀ ਕੁਛ ਕਹਿੰਦੀ, ਕਿਤੇ ਹੋਰ ਤਾਂ ਹੀ ਅਸਰ ਪੈਣਾ ਗਾ। ਉਹਦੇ ਵਿੱਚ ਹੀ ਫਸ ਕਰੋ ਕੀ ਹੁਣ ਚੱਲਿਆ ਤੁਹਾਡੇ ਨਾਲ, ਉਹਦੇ ਵੀ ਧਿਆਨ ਕਰ ਲਿਓ, ਪੜ੍ਹ ਵਿਚਾਰ ਲਿਓ, ਅਤੇ ਉਹਦੇ 'ਚੋਂ ਟਾਸਕ ਵੀ ਤੁਹਾਡੇ ਵੱਖਰੇ ਨਿਕਲਦੇ ਆ ਕਿ ਕੀ ਟਾਸਕ ਆਪਾਂ ਨੂੰ ਕਰਨੇ ਪੈਣੇ ਆ। ਨਵਾਂ ਮਾਡਲ ਇਹ ਹੈ ਨਵੀਂ ਸਿੱਖਿਆ ਨੀਤੀ ਦਾ, ਇਸ ਵੇਲੇ ਤਕਰੀਬਨ ਤੁਹਾਡੇ ਨਾਲ 290 ਕਾਲਜ ਲੱਗੇ ਹੋਏ ਨੇ, ਐਫੀਲੀਏਟਡ ਕਾਲਜ 9 ਜ਼ਿਲ੍ਹਿਆਂ ਦੇ ਮਾਲਵੇ ਦੇ ਤੁਹਾਡੇ ਕੋਲ ਲੱਗੇ ਹੋਏ ਨੇ, ਤਕਰੀਬਨ 290। 2-4 ਘਟਦੇ ਵੱਧਦੇ ਹੋਣਗੇ, ਜਨਸੰਖਿਆ ਘਟਦੀ ਵੱਧਦੀ ਰਹਿੰਦੀ ਹੈ, ਪਤਾ ਹੀ ਨਹੀਂ ਕਿਹੜਾ ਕਿਹੜਾ ਖੁੱਲ੍ਹੀ ਜਾਂਦਾ ਕੀ ਹੈ, ਉਹ ਰਹਿੰਦੇ ਆ। ਅਤੇ ਜਿਨ੍ਹਾਂ 'ਚ 2.5 ਲੱਖ ਦੇ 2.25 ਲੱਖ 2.5 ਲੱਖ ਵਿਦਿਆਰਥੀ ਹੈ, ਉਹ ਰਹਿੰਦੇ ਆ। ਅਤੇ ਮੈਂ ਇੱਕ ਦਿਨ ਤੁਹਾਡੇ ਬਜਟ ਵਾਲੇ ਅਫਸਰ ਨੂੰ ਟੈਲੀਫੋਨ 'ਤੇ ਪੁੱਛਿਆ ਕਿ ਵਿਦਿਆਰਥੀਆਂ ਤੋਂ ਇਨਕਮ ਕਿੰਨੀ ਕੁ ਹੈ, ਤਾਂ ਜਿਸ ਤਰ੍ਹਾਂ ਮੈਨੂੰ ਜ਼ਿਕਰ ਕੀਤਾ ਵੀ ਤਕਰੀਬਨ ਜਿਹੜਾ ਹੈ 150 ਕਰੋੜ 160-170 190 ਕਰੋੜ ਵਿਦਿਆਰਥੀਆਂ ਤੋਂ ਇਨਕਮ ਹੈ। ਤਾਂ ਉਹ ਕਹਿਣ ਕੀ ਚੱਲੇ ਨੇ ਕਿ ਇਹਨਾਂ ਯੂਨੀਵਰਸਿਟੀਆਂ ਨੂੰ ਕਾਲਜ ਅਤੇ ਕਾਲਜਾਂ ਦੇ ਵਿਦਿਆਰਥੀ ਤੋੜ ਦਿਓ। ਆਉਣ ਵਾਲੇ 10 ਸਾਲ 'ਚ ਮਾਡਲ ਉਹਨਾਂ ਨੇ ਦਿੱਤਾ ਕਿ ਜਿਹੜੇ ਸਾਰੇ ਐਫੀਲੀਏਟਡ ਕਾਲਜ ਹੈ ਦੀ ਸ਼ੁੱਡ ਬਿਕਮ ਨਾਨ ਐਫੀਲੀਏਟਡ ਐਂਡ ਆਟੋਨਮਸ ਕਾਲਜਸ। ਉਹ ਆਪਣੇ ਆਪ ਉਹ ਇਸ ਤਰ੍ਹਾਂ ਨਾਨ ਐਫੀਲੀਏਟਡ ਅਤੇ ਆਟੋਨਮਸ ਬਣ ਜਾਣ। ਅਤੇ ਇਹਦਾ ਮਤਲਬ ਕੀ ਹੈ, ਜਿਹੜੀ ਉੱਥੋਂ ਇਨਕਮ ਆ ਰਹੀ ਸੀ ਉਹ ਇਨਕਮ ਵੀ ਤੁਹਾਡੀ ਠੱਪ ਹੋਏਗੀ, ਜਿਹੜੀ ਕਾਲਜਾਂ 'ਚੋਂ ਇਨਕਮ ਆ ਰਹੀ ਹੈ ਉਹ ਇਨਕਮ ਵੀ ਠੱਪ ਹੋਏਗੀ। ਅਤੇ ਫਿਰ ਆਪਣਾ ਕੀ ਹਾਲ ਹੋਏਗਾ ਬਈ, ਜੇ ਉਹ ਵਿੱਚੋਂ 100-150 200 ਕਰੋੜ ਰੁਪਈਆ ਕੱਢ ਦਈਏ ਅਤੇ ਮੈਨੂੰ ਸਾਰਾ ਬਾਅਦ ਕੈਂਪਸ ਦੇ ਵਿਦਿਆਰਥੀਆਂ 'ਤੇ ਪਾਉਣਾ, ਆਪਾਂ ਇਹਨਾਂ 'ਤੇ ਪਾਉਣਾ ਗਾ। ਅਤੇ ਫਿਰ ਔਰ ਇਹ ਵੀ ਸਾਡਾ ਐਕਸਪੀਰੀਅੰਸ ਹੈ ਕਿ ਇਸ ਤਰ੍ਹਾਂ ਫੀਸਾਂ ਵਧਾ ਕੇ ਯੂਨੀਵਰਸਿਟੀਆਂ ਜਾਂ ਕਾਲਜ ਸਫੀਸ਼ੀਐਂਟ ਨਹੀਂ ਹੋ ਸਕਦੇ। ਅੱਜ ਵਧਾ ਲਓ, ਤੁਸੀਂ ਉਸ ਏਰੀਏ ਦੀ ਸੇਵਾ ਕਰ ਰਹੇ ਹੋ ਜਿਹੜਾ ਜਿਹਨੂੰ ਕਹਿੰਦੇ ਆ ਆਪਾਂ ਮਾਲਵੇ ਦਾ ਦੱਖਣੀ ਆਪਾਂ ਹਿੱਸਾ ਪੰਜਾਬ ਦਾ ਕਹਿੰਦੇ ਹਾਂ, ਜਿੱਥੇ ਕਿਸਾਨੀ ਦੇ ਸੁਸਾਈਡ ਸਭ ਤੋਂ ਵੱਧ ਹੈ। ਤੁਸੀਂ ਉਸ ਏਰੀਏ ਦੀ ਸੇਵਾ ਕਰ ਰਹੇ ਹੋ, ਤੁਸੀਂ ਉਹ ਇਸ ਏਰੀਏ ਦੀ ਸੂਬਾ ਕਰ ਰਹੇ ਹੋ ਜਿੱਥੇ ਇਲਿਟਰੇਸੀ ਦਾ ਰੇਟ ਸਭ ਤੋਂ ਵੱਧ ਹੈ। ਤੁਸੀਂ ਉਸ ਏਰੀਏ ਦੀ ਸੇਵਾ ਕਰ ਰਹੇ ਹੋ ਜਿੱਥੇ ਫੀਮੇਲ ਫਿਊਟੀਸਾਈਡ ਦੀਆਂ ਘਟਨਾਵਾਂ ਵੱਧ ਹੈ। ਤੁਸੀਂ ਉਸ ਏਰੀਏ ਦੀ ਮਤਲਬ ਸੇਵਾ ਕਰ ਰਹੇ ਹੋ ਜਿੱਥੇ ਯਾਨੀ ਜਿਹਨੂੰ ਕਹਿੰਦੇ ਆ ਭੁੱਖ, ਗਰੀਬੀ ਔਰ ਇਸ ਕਿਸਮ ਦੇ ਮਸਲੇ ਵੱਧ ਹੈ। ਔਰ ਤੁਸੀਂ ਉਹਨਾਂ ਦੇ ਤੋਂ ਚਾਹੁੰਦੇ ਹੋ ਕਿ ਉਹਨਾਂ ਦੇ ਬੱਚਿਆਂ ਨੂੰ ਇੱਥੋਂ ਉਹ ਪੜ੍ਹ ਲੈਣਗੇ ਇਸ ਕਿਸਮ ਦੀਆਂ ਕੀਮਤਾਂ ਦੇ ਕੇ, ਜਿਸ ਕਿਸਮ ਦੀਆਂ ਕੀਮਤਾਂ ਉਹ ਐਜੂਕੇਸ਼ਨ ਦੀਆਂ ਹੋਣਗੀਆਂ ਜੇ ਸਰਕਾਰਾਂ ਦੀਆਂ ਨਵੀਆਂ ਨੀਤੀਆਂ ਲਾਗੂ ਮਤਲਬ ਹੋ ਜਾਂਦੀਆਂ ਨੇ। ਇਸ ਕਰਕੇ ਮੈਂ ਤੁਹਾਨੂੰ ਇਹ ਇੱਕ ਕਿਸਮ ਦੀ ਤੁਹਾਡੇ ਧਿਆਨ 'ਚ ਵੀ ਲਿਆਉਂਗਾ, ਚਿੰਤਾ ਵੀ ਚਾਹੂੰਗਾ, ਚੇਤਾਵਨੀ ਵੀ ਦੇਵਾਂਗਾ ਕਿ ਲੜਾਈ ਇੱਥੇ ਨਹੀਂ ਖੜੀ, ਲੜਾਈ ਵੱਡੀ ਹੈ। ਲੜਾਈ ਉੱਥੇ ਤੱਕ ਜਾਏਗੀ, ਦੂਰ ਤੱਕ ਲੜਾਈ ਜਾਏਗੀ, ਜਿਸ ਬਾਰੇ ਸਾਨੂੰ ਇਹ ਧਿਆਨ ਦੇਣਾ ਪਏਗਾ। ਔਰ ਮੈਂ ਇਹਨੂੰ ਇੱਕੋ ਹੀ ਮਹਿਸੂਸ ਕਰਦਾ ਕਿ ਸੋਲੂਸ਼ਨ ਕੀ ਹੈ, ਵੀ ਡੋਂਟ ਨੀਡ ਓਨਲੀ ਵਨ ਸਿੰਘੂ, ਵੀ ਨੀਡ ਮੋਰ ਸਿੰਘੂਜ਼। ਘਰ ਘਰ ਸਿੰਘੂ ਖੁੱਲ੍ਹਣਗੇ, ਮਾਲਵੇ ਦੇ ਹਰੇਕ ਪਿੰਡ 'ਚ ਸਿੰਘੂ ਖੁੱਲ੍ਹਣਗੇ, ਹਰੇਕ ਕਾਲਜ 'ਚ ਸਿੰਘੂ ਖੁੱਲ੍ਹਣਗੇ। ਔਰ ਇਸ ਕਰਕੇ ਜਿਹੜੀ ਅੱਜ ਦਾ ਤੁਹਾਡਾ ਮੋਰਚਾ ਹੈ, ਮੈਂ ਵਧਾਈ ਦਿੰਦਾ ਕਿ ਸ਼ਾਇਦ ਪਹਿਲੀ ਵਾਰੀ ਜਿਹੜੀ ਯੂਨੀਵਰਸਿਟੀ ਦੀ ਸਮੱਸਿਆ ਉਹ 4 ਦੀਵਾਰੀ ਤੋਂ ਬਾਹਰ ਜਾਏਗੀ। ਹੁਣ ਤੱਕ ਇਹ ਲੱਗਦਾ ਸੀ ਕਿ ਇਹਨਾਂ ਦਾ DA ਦਾ ਕੋਈ ਰੌਲਾ ਗਾ, ਔਰ 4 ਦੀਵਾਰੀ ਤੋਂ ਬਾਹਰ ਲਿਜਾਣਾ ਜਿਹੜਾ ਅੱਜ ਦਾ ਮੋਰਚੇ ਦਾ, ਇਹਨੂੰ ਕਹੋ ਵੀ ਇਹ ਸਿੰਘੂ ਮੋਰਚੇ ਦਾ ਆਗਾਜ਼ ਹੈ, ਸਿੰਘੂ ਮੋਰਚੇ ਦਾ ਆਗਾਜ਼ ਹੈ ਜਿਹੜਾ ਅੱਜ ਤੁਸੀਂ ਸ਼ੁਰੂ ਕਰ ਰਹੇ ਹੋ, ਔਰ ਜਿਹਦੇ 'ਚ ਅਸੀਂ ਸਾਰੇ ਸਾਨੂੰ ਇਸ ਗੱਲ ਦੀ ਮਾਣ ਹੈ ਅਤੇ ਖੁਸ਼ੀ ਹੈ ਕਿ ਅਸੀਂ ਸ਼ਾਮਲ ਹਾਂ ਅਤੇ ਸ਼ਾਮਲ ਰਹਾਂਗੇ। ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਆਪਣੀ ਚਿੰਤਾ ਸਾਂਝੀ ਕਰਨੀ ਆ, ਮੇਰੀ ਫਿਕਰਮੰਦੀ ਹੈ ਅਤੇ ਮੇਰੇ ਸਵਾਲ ਵੀ ਹੈ ਕਿ ਸਾਨੂੰ ਆਪਣੇ ਵੀ ਨਾ ਆਤਮ ਚਿੰਤਨ ਕਈ ਮਸਲਿਆਂ 'ਤੇ ਕਰਨ ਵਾਲੇ ਹੈ ਕਿ ਜਦੋਂ ਅਸੀਂ ਪੰਜਾਬ ਦੀ, ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਹਾਂ, ਉਦੋਂ ਵੀ ਸਾਡੇ ਮਨ 'ਚ 9 ਜ਼ਿਲ੍ਹੇ ਹੀ ਹੁੰਦੇ ਆ ਵੀ ਸ਼ਾਇਦ ਪੰਜਾਬੀ ਸੱਭਿਆਚਾਰ ਦਾ ਮਸਲਾ ਇਹ 9 ਜ਼ਿਲ੍ਹਿਆਂ ਦਾ ਹੀ ਇਹ ਮਸਲਾ ਗਾ। ਬਰਦਰ ਮੈਨੂੰ ਇਹ ਲੱਗਦਾ ਸੀ ਸਵੇਰੇ ਮੈਂ ਉੱਠ ਕੇ ਆਇਆ ਕਿ ਉਹ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦਾ ਤਾਂ ਖਿੱਤਾ ਉਹ ਹੈ ਜਿਹੜਾ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਦਾ ਗਾ, ਉੱਥੋਂ ਤੱਕ ਦਾ ਗਾ ਖਿੱਤਾ, ਅਤੇ ਉਹ ਵੀ ਹੈ ਜਿਹੜਾ ਸ਼ਿਮਲੇ ਤੱਕ ਦਾ ਵੀ ਹੈ, ਅਤੇ ਉਧਰ ਕਿਸੇ ਵੇਲੇ ਜੰਮੂ ਤੱਕ ਦਾ ਵੀ ਖਿੱਤਾ ਹੈ। ਕਿ ਕੀ ਸਾਡੇ ਆਪਣੇ ਜ਼ਿਹਨ 'ਚ ਉਸ ਕਿਸਮ ਦਾ ਪੰਜਾਬ ਔਰ ਪੰਜਾਬੀ ਦਾ ਸੰਕਲਪ ਜਾਂ ਸੱਭਿਆਚਾਰ ਦਾ ਸੰਕਲਪ ਹੈ? ਅਸੀਂ ਆਪਣੇ ਆਪ ਨੂੰ ਤਾਂ ਨਹੀਂ ਕਿਤੇ ਨਪੀੜੀ ਸਕੀੜੀ ਬੈਠੇ ਉਸ ਨੂੰ, ਅਤੇ ਕੀ ਅਸੀਂ ਇਹ ਚਿੰਤਨ ਕੀਤਾ ਕਿ ਜਿਹੜਾ ਇੱਕ ਕਿਸਮ ਦਾ ਸੱਭਿਆਚਾਰ ਪੰਜਾਬ ਦਾ ਹੋਵੇਗਾ? ਆਪਾਂ ਕਰ ਕੀ ਰਹੇ ਹਾਂ ਯਾਰ, ਧੱਕੇ ਨਾਲ ਆਪਾਂ ਕਹਿੰਦੇ ਹਾਂ
कि गुरु नानक दुनिया का गुरु नहीं, गुरु नानक पंजाब का गुरु नहीं, गुरु नानक तो मेरा गुरु है। सिर्फ धक्के नाल कह रहे हैं आप, जिहड़ा इस खिते का मतलब कंट्रीब्यूशन सी, असीं उसनूं अपनियां जेबां च पा के जां उसनूं नैरो संकीर्ण ढंग च पा के आप रखना चाहुंदे आ। और जो पंजाब च होया सानूं फिक्र होना चाहिए सी। सानूं ये फिक्र नहीं होया किते भी 1947 क्यों होया। सानूं किते फिक्र नहीं होया है कि बाघे की लकीर जिहड़ी है ना, बाघे की लकीर नहीं, साडे खून की लकीर आ पंजाबियां दी। सानूं किते फिक्र नहीं होया इस गल दा कि जिहड़ियां साडी डोगरी बोली किधर गई। सानूं किते फिक्र नहीं होया कि साडी हिमाचली पहाड़ी बोली साडी किधर गई। सानूं किते फिक्र नहीं होया। साडी असीं वंड दर वंड जो साडे वंडियां पईयां ने अंदर, उहनूं किन्ने क असीं अपने आप नूं पंजाबी सभ्याचार पंजाबी भाषा ने उसनूं अपने आप नूं खोलण दी कोशिश कीती है ते समझण दी कोशिश कीती है। जे असीं कहने 12 करोड़ 14 करोड़ पंजाबी और पंजाबी भाषण जिहड़े होए लोक, वो कल्ले मालवे च बसे हुए लोक नहीं है, 9 ਜ਼ਿਲ੍ਹਿਆਂ च बसे लोक नहीं है। जिस मैं गल करते सी वो कल्ले पाकिस्तान च बसे लोक भी नहीं है। तो अज जिस तरह पंजाबी डायस्पोरा और आसे पासे पंजाबी खिल रही है कि वो सारिਆਂ ਦਾ संकल्प उस पंजाबीयत ਦਾ उस पंजाबी ਦਾ ਸਾਡੇ मन च है, ਜਾਂ ਅਸੀਂ ਉਸ ਨੂੰ ਰੱਖਣਾ ਚਾਹੁੰਦੇ ਹਾਂ। ਅਸੀਂ ਰੱਖਣਾ ਚਾਹੁੰਦੇ ਹਾਂ उसनूं। ਕਿੰਨੀਆਂ ਕੁ ਸਾਡੀਆਂ ਅਸੀਂ ਪਵਿੱਤਰ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਾਂ, ਜ਼ਰੂਰ, ਤੇ ਟੇਕਣਾ ਵੀ ਚਾਹੀਦਾ। ਪਰ ਉਹਦੇ 'ਚ ਬਾਬਾ ਫਰੀਦ ਵੀ ਹੈ, ਤੇ ਉਹਦੇ 'ਚ ਕਬੀਰ ਵੀ ਹੈ, ਉਹ 'ਚ ਭਗਤ ਵੀ ਨੇ। ਮੈਨੂੰ ਦੱਸੋ ਤਾਂ ਕਿੰਨੇ ਕੁ ਪੰਜਾਬ 'ਚ ਬਾਬਾ ਫਰੀਦ ਦਾ ਦਿਨ ਮਨਾਉਂਦੇ ਆਪਾਂ, ਕਿੰਨਾ ਕੁ ਪੰਜਾਬ 'ਚ ਅਸੀਂ ਉਹਦਾ ਕਬੀਰ ਦਾ ਗੁਣ ਮਨਾਉਂਦੇ ਆਪਾਂ, ਜਿਹਨੂੰ ਆਪਾਂ ਮੱਥਾ ਜ਼ਰੂਰ ਟੇਕਦੇ ਹਾਂ ਕਿ ਸਾਡਾ ਗੁਰੂ ਹੈ ਅਤੇ ਸਾਡੇ ਉੱਥੇ ਦਰਜਾ ਹੈ। ਤਾਂ ਇਹ ਜਿਹੜੇ ਸਾਡੇ ਅੰਦਰ ਜੋ ਕੁਛ ਹੋ ਰਿਹਾ, ਕਿੰਨਿਆਂ ਕੁ ਨੂੰ ਸਾਨੂੰ ਦਿੱਕਤ ਆਈ, ਕਿੰਨਿਆਂ ਕੁ ਨੂੰ ਸਾਨੂੰ ਦਿੱਕਤ ਆਈ ਕਿ ਸਾਡੇ ਨਾਲ 84 ਕਿਉਂ ਹੋਇਆ, ਕਿੰਨਿਆਂ ਕੁ ਨੂੰ ਸਾਡੀ ਦਿੱਕਤ ਆਈ ਕਿ 47 ਕਿਉਂ ਹੋਇਆ, ਕਿੰਨੇ ਕਿਸਾਨਾਂ ਨੂੰ ਦਿੱਕਤ ਆਈ ਕਿ ਸਾਡੇ ਨਾਲ 66 ਕਿਉਂ ਹੋਇਆ, ਕਿੰਨਾ ਕੁ ਅਸੀਂ ਇਹ ਮਹਿਸੂਸ ਕੀਤਾ ਕਿ ਅਸੀਂ ਪੰਜਾਬੀ ਕਿੱਥੇ ਤੱਕ ਖਿਲਰੇ ਹੋਏ ਹਾਂ ਅਤੇ ਪੰਜਾਬੀ ਸੱਭਿਆਚਾਰ ਅਤੇ ਹੋਰ, ਕਿ ਅਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਮੁਖਾਤਬ ਹੋਣ ਨੂੰ ਤਿਆਰ ਹੈ ਕਿ ਸਾਰੀਆਂ ਗੱਲਾਂ ਨੂੰ ਅਸੀਂ, ਅਤੇ ਜਾਂ ਜੋ ਸਾਡੇ ਅੰਦਰ ਜੋ ਗੱਲਾਂ ਆਪਾਂ ਕਰਦੇ ਹਾਂ, ਕਿੰਨਾ ਕੁ ਨੂੰ ਸਾਡੇ ਮਨ 'ਚ ਹੈ ਕਿ ਜਿਹੜਾ ਭਾਈ ਕਨ੍ਹਈਆ ਹੈ ਉਹ ਸਾਡਾ ਹੈਗਾ ਅਤੇ ਉਹ ਕਿੱਥੋਂ ਤੱਕ ਉਹਨੇ ਜਾਣਾ, ਕਿੱਥੋਂ ਕੁ ਸਾਡੇ ਮਨ 'ਚ ਗੱਲ ਹੈ ਕੋਈ ਗੁਰੂ ਤੇਗ ਬਹਾਦਰ ਸਾਹਿਬ ਉਹ ਇੱਕ ਹਿਊਮਨ ਵੈਲਿਊ ਦਾ, ਨੈਸ਼ਨਲ ਵੈਲਿਊਜ਼ ਦਾ, ਜਾਂ ਇੱਕ ਕਿਸਮ ਦਾ ਜੋ ਉਹ ਸਾਰੀਆਂ ਧਰਮ ਸੰਭਾਵ ਦਾ ਜੋ ਸਾਡੀ ਬਨਸਬਨਤਾ ਹੈ ਉਹਦਾ ਉਹ ਇੱਕ ਪ੍ਰਤੀਕ ਹੈ, ਅਤੇ ਉਹਨੂੰ ਸੰਭਾਲਣ ਦਾ ਪ੍ਰਤੀਕ ਹੈ। ਸਾਡੀਆਂ ਆਪਣੀਆਂ ਬੋਲੀਆਂ 'ਚ, ਸਾਡੀਆਂ ਆਪਣੀਆਂ ਸੱਭਿਆਚਾਰਾਂ 'ਚ ਮੈਂ ਜਾਣਨਾ ਚਾਹਾਂਗਾ ਇੱਕ ਕਿਸਮ ਦਾ ਕਿ ਵੀ ਪੰਜਾਬੀ ਦੀ ਬੋਲੀ ਦੇ ਵਿੱਚ ਜੋ ਬਨਸਬਨਤਾਵਾਂ ਨੇ ਉਹਨਾਂ ਨੂੰ ਆਪਾਂ ਸੰਭਾਲਣ ਨੂੰ ਤਿਆਰ ਹੈ। ਕੀ ਪੰਜਾਬੀ ਬੋਲੀ ਸਿਰਫ ਮਾਲਵੇ ਦੀ ਬੋਲੀ ਹੈ? ਕੀ ਪੰਜਾਬੀ ਬੋਲੀ ਵਿੱਚ ਜੋ ਸ਼ਿਮਲੇ ਤੱਕ ਫੈਲੀ ਹੋਈ ਹੈ, ਜੋ ਕੋਈ ਪੁਆਧ ਦੀ ਕੁਛ ਹੈ, ਉਹਦੇ 'ਚ ਮਾਝੇ ਦੀ ਕੁਛ ਹੈ, ਔਰ ਈਵਨ ਜਿਹੜੇ ਸਾਡੇ ਗਰੀਬ ਦਲਿਤ ਤਬਕਾ ਉਹਦੀ ਬੋਲੀ ਕੁਛ ਹੈ, ਦੁਕਾਨਦਾਰ ਦੀ ਬੋਲੀ ਉਹਦੀ ਕੁਛ ਹੈ, ਨਿਰੀਆਂ ਹੀ ਉਹ 'ਚ ਬਨਸਬਨਤਾਵਾਂ ਨੇ, ਨਿਰੀਆਂ ਹੀ ਉਹ 'ਚ ਭਿੰਨਤਾਵਾਂ ਨੇ। ਕੀ ਅਸੀਂ ਉਹਨਾਂ ਪ੍ਰਤੀ ਸਾਡਾ ਕੋਈ ਮਨ 'ਚ ਹੈ, ਸਾਡੇ ਮਨ 'ਚ ਕਿ ਇਹ ਬੋਲੀਆਂ ਵੀ ਸਾਡੀਆਂ ਨੇ ਅਤੇ ਇਹਨਾਂ ਦੇ ਵਿਕਾਸ ਦਾ ਵੀ ਲੋੜ ਹੈ ਅਤੇ ਇਹਨਾਂ ਨੂੰ ਸੰਭਾਲਣ ਦਾ ਵੀ ਲੋੜ ਹੈ। ਸੋ ਅਸੀਂ ਕਿੱਥੋਂ ਕੁ ਤੱਕ ਉਸ ਨੂੰ ਉਹਦੇ ਨਾਲ ਖੜ੍ਹਨ ਨੂੰ ਤਿਆਰ ਹਾਂ ਜਾਂ ਉਸ ਨੂੰ ਸਮਝਣ ਨੂੰ ਤਿਆਰ ਹਾਂ। ਮੈਨੂੰ ਇੱਕ ਖੁਸ਼ੀ ਇਸ ਦੌਰ 'ਚ ਮਿਲੀ ਜਿਹਨੇ ਸਾਂਝੀ ਕੀਤੀ ਕਿ ਇੱਕ ਦੌਰ 'ਚ ਵੀ ਗੱਲ ਹੋਈ ਹੈ ਕਿ ਜੋ ਇਸ ਦੌਰ 'ਚ ਆਪਾਂ ਤੁਸੀਂ ਔਰ ਪੰਜਾਬ ਵਾਲਿਆਂ ਨੇ ਸਭ ਤੋਂ ਵੱਡਾ ਕੰਟਰੀਬਿਊਸ਼ਨ ਕੀਤਾ ਗਾ, ਉਹ ਆ ਸਿੰਘੂ ਮੋਰਚੇ ਦਾ, ਉਹ ਸਿੰਘੂ ਮੋਰਚੇ ਦਾ। ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਪੰਜਾਬੀ ਨੈਸ਼ਨਲਿਜ਼ਮ, ਮੈਨੂੰ ਪਤਾ ਨਹੀਂ ਉਹ ਪੰਜਾਬੀ ਯੂਨੀਵਰਸਿਟੀ 'ਚ ਜਾਂ ਪੰਜਾਬ ਦੀਆਂ ਹੱਦਾਂ 'ਚ ਸੀ ਕਿ ਨਹੀਂ ਸੀ, ਪੰਜਾਬੀ ਨੈਸ਼ਨਲ ਦੀ ਅਸਲੀ ਤਸਵੀਰ ਸਿੰਘੂ ਬਾਰਡਰ 'ਤੇ ਹੈ, ਉੱਥੇ ਬੈਠੀ ਹੈ। ਮੈਨੂੰ ਕਿਸੇ ਨੇ ਟੈਲੀਫੋਨ 'ਤੇ ਇੱਕ ਵਾਰੀ ਗੱਲ ਕੀਤੀ, ਕਿਸੇ ਟੈਲੀਵਿਜ਼ਨ ਵਾਲੇ ਨੇ, ਤਾਂ ਮੈਨੂੰ ਕਿਹਾ ਵੀ ਤੁਹਾਡਾ ਕੀ ਖਿਆਲ ਹੈ ਵੀ ਇਹ ਹਿੰਦੂ ਰਾਸ਼ਟਰ, ਢਿਮਕਾ ਰਾਸ਼ਟਰ, ਫਲਾਣਾ ਰਾਸ਼ਟਰ। ਮੈਨੂੰ ਕਿਹਾ ਵੀ ਮੈਨੂੰ ਤਾਂ ਇਹ ਲੱਗਦਾ ਗਾ ਕਿ ਸਾਡਾ ਜਿਹੜਾ ਸਰਬੱਤ ਦੇ ਭਲੇ ਦਾ ਰਾਸ਼ਟਰ ਹੈ, ਜਿਹੜੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਚਿੰਤਾ ਦਿੱਤੀ, ਸਾਰੀਆਂ ਕਮਿਊਨਿਟੀਆਂ, ਸਾਰੀਆਂ ਜਾਤਾਂ, ਸਾਰੇ ਧਰਮਾਂ, ਸਾਰੇ ਇਲਾਕਿਆਂ ਅਤੇ ਜਿਹੜੀਆਂ ਸਾਰੀਆਂ ਦਾ ਇੱਕ ਕਿਰਤੀਆਂ ਦਾ ਰਾਸ਼ਟਰਵਾਦ ਹੈ, ਉਹ ਸਿੰਘੂ ਬਾਰਡਰ 'ਤੇ ਸਿਰਜਿਆ ਜਾ ਰਿਹਾ। ਅਤੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ 'ਤੇ ਕਿ ਉਹ ਪੰਜਾਬੀਆਂ ਰਾਹੀਂ ਸਿਰਜਿਆ ਜਾ ਰਿਹਾ, ਤੁਸੀਂ ਸਿਰਜਿਆ ਜਾ ਰਿਹਾ। ਸੋ ਅਸੀਂ ਯੂਨੀਵਰਸਿਟੀਆਂ ਦੇ ਤੋਂ ਅਸੀਂ ਉਮੀਦ ਵੀ ਕਰਦੇ ਹਾਂ ਇਹ ਕਿ ਸਾਨੂੰ ਤੁਸੀਂ ਬੌਧਿਕ ਲੀਡਰਸ਼ਿਪ ਵੀ ਪ੍ਰੋਵਾਈਡ ਕਰਨੀ ਆ, ਸਾਨੂੰ ਤੁਸੀਂ ਸੱਭਿਆਚਾਰਕ ਲੀਡਰਸ਼ਿਪ ਵੀ ਪ੍ਰੋਵਾਈਡ ਕਰਨੀ ਆ, ਅਤੇ ਜੋ ਸਾਡੇ ਅੰਦਰਲੇ ਵਿਗਾੜ ਅਤੇ ਖੋਟ ਹੈ ਉਹਨਾਂ ਨੂੰ ਵੀ ਧੋਣ 'ਚ ਸਾਡੀ ਮਦਦ ਕਰਨੀ ਆ। ਔਰ ਮੈਂ ਤੁਹਾਨੂੰ ਇਹਨਾਂ ਸ਼ਬਦਾਂ ਨਾਲ ਵਿਸ਼ਵਾਸ ਦਿਵਾਉਣਾ ਚਾਹੁੰਦਾ ਗਾ ਕਿ ਜਿਹੜਾ ਤੁਸੀਂ ਅੱਜ ਮੋਰਚਾ ਖੋਲ੍ਹਿਆ ਗਾ, ਇਹਦੇ 'ਚ ਮੈਂ ਗੱਲ ਕਰ ਰਿਹਾ ਸੀ ਅਕਸਰ ਕਿ ਸਾਨੂੰ ਬਾਹਰ ਲੈ ਕੇ ਜਾਣਾ ਚਾਹੀਦਾ, ਸਾਨੂੰ 290 ਕਾਲਜਾਂ 'ਚ ਲੈ ਕੇ ਜਾਣਾ ਚਾਹੀਦਾ, ਉਹਨਾਂ ਦੇ ਕਾਲਜਾਂ ਦੇ ਨਾਲ ਜੁੜੇ ਪਿੰਡਾਂ 'ਚ ਲੈ ਕੇ ਜਾਣਾ ਚਾਹੀਦਾ। ਔਰ ਅਸੀਂ ਅੰਗ ਸੰਗ ਤੁਹਾਡੇ ਰਹਾਂਗੇ। ਅਤੇ ਅਸੀਂ ਸੋਚ ਰਹੇ ਸੀ ਬੜੀ ਜਲਦੀ ਹੀ 5-7 ਦਿਨਾਂ ਦੇ ਵਿੱਚ ਵੀ ਮੈਨੂੰ ਉੱਥੋਂ ਮਸਤੂਆਣੇ ਤੋਂ ਕੋਈ ਸੁਨੇਹਾ ਆਇਆ ਹੋਇਆ ਸੀਗਾ ਕਿ ਅਸੀਂ ਆਪਣੇ ਤੌਰ 'ਤੇ ਵੀ, ਮੈਂ ਅੱਜ ਕੱਲ੍ਹ ਪੰਜਾਬ ਐਜੂਕੇਸ਼ਨ ਫੋਰਮ ਦੇ ਵਿੱਚ ਬੈਠ ਕੇ ਕੰਮ ਕਰਦਾ, ਕਿ ਅਸੀਂ ਤੁਹਾਡੇ ਨਾਲ ਵੀ ਅਤੇ ਅਸੀਂ ਆਪਣੇ ਤੌਰ 'ਤੇ ਵੀ
ਜਿਹੜੀਆਂ ਤੁਹਾਡੀਆਂ ਚਿੰਤਾਵਾਂ ਨੇ, ਜਿਹੜੀਆਂ ਪੰਜਾਬ ਦੀਆਂ ਚਿੰਤਾਵਾਂ ਨੇ, ਉਹ ਇਸ ਯੂਨੀਵਰਸਿਟੀ 'ਚੋਂ ਬਾਹਰ ਲਿਜਾਣ ਦੀਆਂ ਜਿਹੜੇ ਮਸਲੇ ਨੇ ਉੱਥੇ ਅਸੀਂ ਲੈ ਕੇ ਜਾਈਏ। ਇਹਨਾਂ ਸ਼ਬਦਾਂ ਦੇ ਨਾਲ ਮੈਂ ਫੇਰ ਇੱਕ ਵਾਰੀ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ, ਸ਼ੁਕਰੀਆ ਕਰਦਾ ਕਿ ਤੁਸੀਂ ਮੈਨੂੰ ਬੁਲਾਇਆ ਔਰ ਗੱਲ ਕਰਨ ਦਾ ਮੌਕਾ ਦਿੱਤਾ।